रही है, कोई नतीजा नहीं निकलिया ते वो किसान जथेबंदियां हुण रही है, कोई नतीजा नहीं निकलिया ते वो किसान जथेबंदियां हुण चंडीगढ़ पहुंच चुकियां ने। मेरे नाल वो किसान जथेबंदियां ने, बलदेव सिंह सिरसा भी स्पैशल तौर पर पहुंचे सी। जगजीत सिंह जी ने, पहला जगजीत सिंह जी तो गलबात करते हैं कि बैठक दे विच की होया, बैठक दे विच किस नाल गलबात हुई ते की अजिहे कारण होए कि कोई नतीजा जां कोई इस मीटिंग साडी शुरू हुई है संजय अग्रवाल जी नाल, ਜਿਹੜੇ ਸੈਕਟਰੀ ਐਗਰੀਕਲਚਰ ਹੈ। ਅਗਰ ਇਹਨੂੰ ਅਸੀਂ ਕਿਹਾ ਜਾਵੇ ਵੀ ਇਹ ਕਿਉਂ ਨਹੀਂ ਸਿਰੇ ਚੜੀ, ਕੀ ਕਾਰਨ ਹੈ, ਮੈਨੂੰ ਐ ਲੱਗਿਆ ਵੀ ਮੀਟਿੰਗਸ ਦੇ ਪਰ ਇਸ ਮੀਟਿੰਗ ਦੇ ਵਿੱਚ ਸਰਕਾਰ ਨੇ ਰਤੀ ਭਰ ਵੀ ਸੰਜੀਦਗੀ ਨਹੀਂ ਦਿਖਾਈ। ਕਿਉਂਕਿ ਦੇਖੋ ਇੰਨੇ ਚਿਰ ਹੋ ਗਿਆ ਲਗਾਤਾਰ ਲੋਕਾਂ ਨੂੰ ਐਜੀਟੇਸ਼ਨ ਕਰੀ ਜਾਂਦੇ ਨੇ। ਇੰਨੀ ਲੰਬੀ ਐਜੀਟੇਸ਼ਨ ਹੋਣ ਦੇ ਬਾਵਜੂਦ ਉਸ ਮੀਟਿੰਗ ਪਾਸੇ ਦਾ ਪੰਜਾਬ ਦੇ ਕਿਸਾਨ ਘੱਟੋ ਘੱਟ 50 ਕਿਸਾਨ ਲੀਡਰ ਉਹਨਾਂ ਨੇ ਉੱਥੇ ਸੱਦ ਰੱਖਿਆ ਕਿ ਆਓ ਸਾਡੇ ਨਾਲ ਗੱਲਬਾਤ, ਅਸੀਂ ਮੀਟਿੰਗ ਕਰਨੀ ਚਾਹੁੰਦੇ ਹਾਂ। ਔਰ ਤੇ ਦੂਸਰੇ ਪਾਸੇ ਜਿਹੜੀ ਭਾਰਤ ਦੀ ਹੈਗੀ ਹੈ ਇਹਨਾਂ ਦੀ ਕੈਬਨਿਟ ਸਾਰੀ ਦੀ ਸਾਰੀ, ਉਹ ਸਾਰੀ ਪੰਜਾਬ ਦੇ ਅੰਦਰ ਆਈ ਹੋਈ ਹੈ ਇੱਕ ਮਤਲਬ ਵਰਚੁਅਲ ਮੀਟਿੰਗਾਂ ਚਲਾਉਣ ਵਾਸਤੇ ਇੱਕ ਨਵੀਂ ਮੁਹਿੰਮ ਸ਼ੁਰੂ ਦੀ ਭਾਵ ਆਪਣਾ ਉਲਝਾਈ ਰੱਖੋ ਤੇ ਅਸੀਂ ਜਾ ਕੇ ਪੰਜਾਬ ਦੇ ਵਿੱਚ ਇਹਨਾਂ ਦੇ ਖਿਲਾਫ ਇੱਕ ਮਾਹੌਲ ਪੈਦਾ ਕਰੀਏ ਤਾਂ ਕਿ ਲੋਕ ਇਹਨਾਂ ਦਾ ਵਿਰੋਧ ਕਰਨ। ਇਹ ਗੱਲਬਾਤ ਹੋਈ ਸੀ ਪਹਿਲਾਂ ਸੰਜੇ ਅਗਰਵਾਲ ਨਾਲ, ਤੁਸੀਂ ਕਹਿੰਦਾ ਮੀਟਿੰਗ ਸਾਡੀ ਹੋਈ ਹੈ, 4 ਬੰਦੇ ਹੋਰ ਸੀ ਉਹਨਾਂ ਨਾਲ, ਨਰਿੰਦਰ ਮਿਲਾਉਣ ਦੀ ਕੋਈ ਗੱਲਬਾਤ ਹੋਈ ਸੀ ਪਹਿਲਾਂ? ਦੇਖੋ ਅਸੀਂ ਜਿਹੜਾ ਲੈਟਰ ਦਿੱਤਾ ਹੈ, ਲੈਟਰ ਦੇ ਵਿੱਚ ਲਿਖ ਕੇ ਭੇਜਿਆ ਬਾਕਾਇਦਾ, ਉਹਨੂੰ ਪ੍ਰੈਸ ਨੇ ਵੀ ਮਤਲਬ ਲੈਟਰ ਨੂੰ ਮਤਲਬ ਪਬਲਿਸ਼ ਕੀਤਾ ਹੈ। ਉਸ ਲੈਟਰ ਦੇ ਵਿੱਚ ਅਸੀਂ ਲਿਖ ਕੇ ਤੇ ਘੱਲਿਆ ਸੀਗਾ ਕਿ ਮਿਨਿਸਟਰ ਹੋਵੇ, ਘੱਟੋ ਘੱਟ ਕੋਈ ਪੀਐਮ ਵੱਲੋਂ ਮਤਲਬ ਅਥਰਾਈਜ਼ ਕੋਈ ਵਿਅਕਤੀ ਹੋਵੇ ਜਿਹੜਾ ਸਾਡੇ ਨਾਲ ਗੱਲਬਾਤ ਕਰੇ, ਜਿਹਦੇ ਨਾਲ ਅਸੀਂ ਗੱਲਬਾਤ ਕਰਨੀ। ਅਸੀਂ ਇਸ ਮੀਟਿੰਗ ਨੂੰ ਕੋਈ ਮਤਲਬ ਡਰਾਮਾਬਾਜ਼ੀ ਨਹੀਂ ਕਰਨੀ ਚਾਹੁੰਦੇ, ਕੋਲੇ ਪਾਵਰ ਹੋਵੇ ਇਸ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ, ਸਾਡੇ ਦਾ ਮਸਲੇ ਦਾ ਕੋਈ ਹੱਲ ਕਰਨ ਦੀ ਜਿਹਦੇ ਕੋਲੇ ਪਾਵਰ ਹੋਵੇ। ਔਰ ਜਿਹੜੇ ਸਕੱਤਰ ਆ, ਸਕੱਤਰ ਨਾਲ ਵੀ ਬਾਰ-ਬਾਰ ਇਹੀ ਗੱਲ ਹੁੰਦੀ ਰਹੀ ਸਾਡੀ ਕਿ ਤੁਸੀਂ ਇਹਦਾ ਹੱਲ ਤਾਂ ਕਰ ਨਹੀਂ ਸਕਦੇ, ਤੁਸੀਂ ਸਾਡੀ ਸੁਣ ਸਕਦੇ ਹੋ, ਆਹ ਤੁਹਾਨੂੰ ਅਸੀਂ ਮੰਗ ਪੱਤਰ ਦੇਤਾ ਹੈ, ਇਹ ਮੰਗ ਪੱਤਰ ਤੁਸੀਂ ਅੱਗੇ ਲੈ ਜਾਓ, ਅਸੀਂ ਵਾਪਸ ਚੱਲੇ ਹਾਂ। ਅਸੀਂ ਇਦੋਂ ਬਾਅਦ ਸਾਡਾ ਕੋਈ ਗੱਲ ਕਰਨ ਦਾ ਮਤਲਬ ਨਹੀਂ। ਲੇਕਿਨ ਉੱਥੇ ਵੀ ਬਾਰ-ਬਾਰ ਉਹਨਾਂ ਦੀ ਗੱਲ ਇਹ ਹੁੰਦੀ ਰਹੀ ਵੀ ਸਾਨੂੰ ਨਹੀਂ ਜੀ ਬੈਠੋ ਜੀ ਬੈਠੋ, ਸ਼ੁਰੂ ਕਰਦੇ ਸੀ ਗੱਲ ਕਿ ਇਹ ਕਾਨੂੰਨ ਬਹੁਤ ਕਿਸਾਨੀ ਲਈ ਬਹੁਤ ਲਾਭਦਾਇਕ ਹੈ। ਉਹਦੇ ਵਿੱਚ ਸਾਨੂੰ ਇਹ ਗੱਲ ਦਾ ਜਵਾਬ ਉਹਨਾਂ ਨੂੰ ਦੇਣਾ ਪਿਆ ਕਿ ਦੇਖੋ ਸਾਨੂੰ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਇੰਨੇ ਮੂਰਖ ਨਾ ਸਮਝੋ, ਪੂਰਾ ਪੰਜਾਬ ਅੰਦੋਲਨ ਕਰ ਰਿਹਾ ਹੈ। ਪੰਜਾਬ ਦੀ ਕੀ ਪੂਰੇ ਭਾਰਤ ਦੀ ਬੁੱਧੀਜੀਵੀ ਸੈੱਲ ਹੈ, ਜਿਹੜਾ ਵਿੰਗ ਹੈ, ਲੋਕ ਹੈ ਜਿਹੜੇ, ਉਹ ਸਾਰੇ ਦੇ ਸਾਰੇ ਇਹਦੇ ਖਿਲਾਫ ਲਿਖ ਰਹੇ ਹੈ। ਬਾਹਰਲੇ ਕੰਟਰੀਆਂ ਦੇ ਬੰਦੇ ਵਕੀਲ ਨਹੀਂ ਹੈ ਜਿਹੜੇ ਕਾਨੂੰਨੀ ਭਾਸ਼ਾ ਨੂੰ ਸਮਝਦੇ ਆ, ਔਰ ਸਾਰਿਆਂ ਦੀ ਇਹ ਦੁਹਾਈ ਪਿੱਟੀ ਜਾ ਰਹੀ ਹੈ ਕਿ ਇਹ ਕਾਨੂੰਨ ਆ ਜਿਹੜੇ ਇਹ ਕਿਸਾਨੀ ਦੇ ਖਿਲਾਫ ਆ ਔਰ ਕਾਰਪੋਰੇਟ ਲੋਕਾਂ ਦੇ ਪੱਖ ਦੇ ਵਿੱਚ ਜਾ ਰਹੇ ਨੇ, ਤੇ ਤੁਸੀਂ ਸਾਨੂੰ ਤੇ ਉਹਨਾਂ ਦੀ ਕੋਈ ਗੱਲ ਨਹੀਂ ਸੀ ਆ ਰਹੀ। ਤੁਸੀਂ ਕਰ ਰਹੇ ਸੀਗੇ ਵਾਪਸ ਲੈਣ ਦੀ ਗੱਲ, ਉਹ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਸਮਝਾਉਣ ਲੱਗ ਪਏ ਉਲਟਾ। ਜਦੋਂ ਇਹ ਗੱਲਾਂ ਹੁੰਦੀਆਂ ਨੇ ਤਾਂ ਤੁਸੀਂ ਕਿਹੜੀਆਂ ਮੰਗਾਂ ਪਹਿਲਾਂ ਰੱਖੀਆਂ ਜਾ ਕੇ, ਜਾਂ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਕਿ ਜਿਹੜੋ ਮਾਪਦੰਡ ਤੁਸੀਂ ਆਪਣੇ ਬਣਾਏ, ਜਾਂ ਕਿਸ ਤਰੀਕੇ ਨਾਲ ਤੁਸੀਂ ਆਪਣਾ ਇੱਕ ਪ੍ਰੋਪਾਗੈਂਡਾ ਬਣਾਇਆ ਸੀ ਕਿ ਉੱਥੇ ਆਹ ਗੱਲ ਕਰਨੀ ਸੀ, ਜਿਹਨੂੰ ਅਣਗੌਲਿਆ ਕਰਕੇ ਇੱਕ ਡਿਮਾਂਡ ਚਾਰਟ ਤਿਆਰ ਕਰਿਆ, ਜਿਹਦੇ ਵਿੱਚ ਅਸੀਂ ਦੱਸਿਆ ਉਹਨਾਂ ਨੂੰ ਕਿ ਆਹ ਜਿਹੜੇ ਤਿੰਨੇ ਤੁਹਾਡੇ ਕਾਨੂੰਨ ਹੈ, ਇਹ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਸਾਡੇ ਸੰਵਿਧਾਨ ਦੇ ਅਨੁਸਾਰ ਕਿ ਇਹ ਤੁਸੀਂ ਭਾਰਤ ਸਰਕਾਰ ਕਾਨੂੰਨ ਬਣਾ ਹੀ ਨਹੀਂ ਸਕਦੀ, ਤੁਸੀਂ ਸਾਡੇ ਕਨਸਟੀਟਿਊਸ਼ਨ ਦੇ ਉਲਟ ਜਾ ਕੇ ਮਤਲਬ ਇਹ ਕਾਨੂੰਨ ਬਣਾਏ ਜਾਣੇ। ਇਹ ਵੀ ਅਸੀਂ ਉਹਨਾਂ ਨੂੰ ਪੱਖ ਬਦਲ ਰਿਟਨ ਦੇ ਵਿੱਚ ਦਿੱਤਾ ਹੈ। ਦੂਸਰਾ ਉਹਦੇ ਵਿੱਚ ਕੁਝ ਗੱਲਾਂ ਹੈਗੀਆਂ ਜਿਵੇਂ ਮਤਲਬ ਮੰਡੀ ਦੇ ਬਾਹਰ ਇੱਕ ਮੰਡੀ ਬਣਾਉਣੀ ਹੈ। ਦੂਸਰਾ ਉਹ ਤੀਸਰੀ ਉਹਦੇ ਵਿੱਚ ਗੱਲ ਉਹਨਾਂ ਨੇ ਇਹ ਕਹੀ ਕਿ ਜਿਹੜੇ ਕਾਰਪੋਰੇਟਸ ਲੋਕ ਜਿਹੜੇ ਆ ਕੇ ਉੱਥੇ ਵਪਾਰ ਕਰਨਗੇ ਉਹਨਾਂ ਦੇ ਉੱਤੇ ਮੰਡੀ ਦਾ ਕੋਈ ਕਾਨੂੰਨ ਲਾਗੂ ਨਹੀਂ ਹੋਏਗਾ, ਉਹਨਾਂ ਨੂੰ ਫੀਸਾਂ ਮਾਫ ਹੋਣਗੀਆਂ। ਨਾਲ ਹੀ ਇੱਕ ਗੱਲ ਬੜੀ ਖਤਰਨਾਕ ਹੈ ਜਿਹੜੀ ਅਸੀਂ ਉੱਥੇ ਵੀ ਪੁੱਟ ਅਪ ਕੀਤੀ ਔਰ ਰਿਟਨ ਦੇ ਵਿੱਚ ਵੀ ਅਸੀਂ ਲਿਖ ਕੇ ਲੈ ਕੇ ਗਏ ਹਾਂ ਕਿ ਜਿਹੜਾ ਤੁਸੀਂ ਕਿਹਾ ਹੈ ਕਿ ਜਿਹੜੇ ਕਿਸਾਨ ਦਾ ਤੇ ਕਿਸੇ ਵਪਾਰੀ ਦਾ ਡਿਸਪਿਊਟ ਹੋਏਗਾ ਤਾਂ ਉਹ ਕੋਰਟ ਕਿਸਾਨ ਨਹੀਂ ਜਾ ਸਕੇਗਾ। ਹਾਂ, ਇਹ ਤੁਹਾਡੇ ਮਤਲਬ ਬਹੁਤ ਮਤਲਬ ਖਤਰਨਾਕ ਮਤਲਬ ਇਹ ਕਾਨੂੰਨ ਹੈ ਜਿਹਨੂੰ ਜਿਹੜਾ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਫਿੱਟ ਨਹੀਂ ਆ ਸਕਦਾ। ਇਸ ਕਰਕੇ ਇਹਨੂੰ ਵਾਪਸ ਲੈਣਾ ਬਣਦਾ ਹੈ ਔਰ ਅੱਗੇ ਜਾ ਕੇ ਸਾਰੇ ਪੱਖਾਂ ਦੇ ਉੱਤੇ ਇੱਕ ਕਾਨੂੰਨ ਦੇ ਉੱਤੇ ਗੱਲ ਰਿਟਨ ਦੇ ਵਿੱਚ ਲਿਖ ਕੇ ਦੇ ਸੰਜੀਦਗੀ ਨਹੀਂ ਦਿਖਾਓ ਤਾਂ ਸਾਨੂੰ ਮਤਲਬ ਮੂਰਖ ਬਣਾਉਣ ਦਾ ਯਤਨ ਕਰਦੇ ਰਹੇ। ਮੀਟਿੰਗ ਦੀ ਗੱਲ ਕਰ ਲਈ, ਕਿਤੇ ਨਾ ਕਿਤੇ ਸ਼ੱਕ ਪਹਿਲਾਂ ਵੀ ਤੁਹਾਡੇ ਵੱਲੋਂ ਜਤਾਇਆ ਗਿਆ ਵੀ ਉੱਥੇ ਜਿਹੜਾ ਕਿ ਗੱਲ ਸਿਰੇ ਨਹੀਂ ਲੱਗਣੀ। ਅਗਲੀ ਰਣਨੀਤੀ ਕੀ ਤਿਆਰ ਕਰਕੇ ਆਏ ਹੋ? ਅਗਲੇ ਬਾਰੇ ਕੀ, ਕਿਸ ਤਰੀਕੇ ਨਾਲ ਮੀਟਿੰਗ ਹੋਵੇ, ਕਿਸ ਦਿਨ ਮੀਟਿੰਗ ਹੋਵੇ, ਜਾਂ ਅੱਗੇ ਸੰਘਰਸ਼ ਹਾਜ਼ਰ ਹੋਣਗੀਆਂ
ਦੀ ਮਤਲਬ ਮੀਟਿੰਗ ਦੇ ਪੰਜਾਬ ਦੇ ਲੋਕਾਂ ਦੀ ਭਾਵਨਾ ਕੀ ਕਹਿੰਦੀ ਹੈ। ਪੰਜਾਬ ਦਾ ਇੱਕ ਪੰਜਾਬੀ ਅੱਜ ਜਿੱਥੇ ਵੀ ਕਿਤੇ ਬੈਠਾ ਹੈ ਉਹ ਇਸ ਕਾਨੂੰਨ ਦੇ ਖਿਲਾਫ ਹੈ। ਹੁਣ ਇੱਥੇ ਆ ਕੇ ਸਾਡਾ ਇਮਤਿਹਾਨ ਦੀ ਕੜੀ ਹੈ। ਇੱਥੇ ਆ ਕੇ ਅਸੀਂ ਆਪਦੀ ਉਸ ਘੜੀ ਦੇ ਵਿੱਚ ਮਤਲਬ ਸਫਲ ਹੋਣਾ ਹੈ। ਸਾਡੇ ਪੰਜਾਬੀ ਸਾਨੂੰ ਲੜਾਈ ਦੇ ਮੈਦਾਨ ਦੇ ਵਿੱਚ ਉਤਰੇ ਨਜ਼ਰ ਆ ਰਹੇ ਨੇ ਵੱਡੀ ਪੱਧਰ ਦੇ ਉੱਤੇ। ਉਸ ਵੇਲੇ ਲੋਕ ਲੜਾਈ ਲੜ ਰਹੇ ਨੇ ਜਦੋਂ ਸਾਨੂੰ ਖਦਸ਼ਾ ਸੀਗਾ ਕਿ ਝੋਨੇ ਦੀ ਕਟਾਈ ਦਾ ਸਮਾਂ ਆਏਗਾ, ਲੋਕ ਮਤਲਬ ਕੰਮ ਤੋਂ ਨੂੰ ਧਿਆਨ ਕਰਕੇ ਪਿੱਛੇ ਬਿਜੀ ਹੋਣ ਕਰਕੇ ਪਿੱਛੇ ਹਟਣਗੇ। ਲੇਕਿਨ ਲੋਕ ਇਸ ਤਰ੍ਹਾਂ ਦਾ ਵੀ ਸਾਰੀਆਂ ਜਥੇਬੰਦੀਆਂ ਲੈਣਗੀਆਂ। ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਚੁੱਕੀ ਹੈ, ਚਾਹੇ ਮੈਂ ਕਾਂਗਰਸ ਦੀ ਗੱਲ ਕਰ ਲਵਾਂ, ਅਕਾਲੀ ਦਲ ਦੀ ਗੱਲ ਕਰ ਲਵਾਂ, ਆਮ ਆਦਮੀ ਪਾਰਟੀ ਪ੍ਰਤੀਕਰਮ ਖਾ ਕਰ ਰਹੀ ਹੈ ਕੇਂਦਰ ਕਿਸਾਨਾਂ ਨੂੰ ਭਰਮਾਉਣ ਦੀ। ਹਰ ਪੁਆਇੰਟ ਦੇ ਉੱਤੇ ਰਾਜਨੀਤੀ ਹੈ, ਇੱਕ ਕਦਮ ਦੇ ਉੱਤੇ ਰਾਜਨੀਤੀ ਹੋ ਰਹੀ ਹੈ। ਲੇਕਿਨ ਫਿਰ ਵੀ ਜੇਕਰ ਇਹ ਪੰਜਾਬੀ ਆਪਣੇ ਆਪ ਨੂੰ ਪੰਜਾਬੀ ਮੰਨ ਕੇ ਆਉਂਦੇ ਆ, ਆਪਦੇ ਕਿਸਾਨਾਂ ਦੇ ਨਾਲ ਖੜਦੇ ਆ, ਤਾਂ ਇਹਨਾਂ ਦਾ ਸਵਾਗਤ ਕਰਾਂਗੇ ਅਸੀਂ। ਲੇਕਿਨ ਇਹਨਾਂ ਦੀ ਅਗਰ ਇਮਾਨਦਾਰੀ ਹੋਵੇ, ਇਸ ਅੰਦੋਲਨ ਨੂੰ ਤਾਰਪੀੜੋ ਕਰਨ ਵਾਸਤੇ ਅਗਰ ਕੋਈ ਆਉਂਦਾ ਹੈ ਫਿਰ ਤੇ ਬਹੁਤ ਮਾੜੀ ਗੱਲ ਹੈ। ਉਹਨਾਂ ਦੀ ਸੋਚ ਦਾ ਅਸੀਂ ਮਤਲਬ ਵਿਰੋਧ ਕਰਾਂਗੇ। ਅਗਰ ਉਹ ਇਮਾਨਦਾਰੀ ਦੇ ਨਾਲ ਮਤਲਬ ਕਿਸਾਨਾਂ ਦੇ ਨਾਲ ਮੰਗ ਕੀਤੀ ਵਾਲਾ ਮਿਸਟਰ ਇੱਥੇ ਵੀ ਕੀ ਚੰਡੀਗੜ੍ਹ 'ਚ ਕੋਈ ਨਹੀਂ ਮਿਲਦੀ ਸੀ ਕਿ ਜਿੱਥੇ ਬੈਠ ਕੇ ਮੀਟਿੰਗ ਕੀਤੀ ਜਾ ਸਕਦੀ ਸੀ ਕਿਸਾਨਾਂ ਨਾਲ। ਪੰਜਾਬ ਗਵਰਨਮੈਂਟ ਨੇ ਵੀ ਤਾਂ ਮਤਲਬ ਇੱਥੇ ਸਾਡੇ ਨਾਲ ਮੀਟਿੰਗ ਕੀਤੀ ਹੈ ਨਾ ਕੱਲ। ਕੀ ਉਸੇ ਤਰ੍ਹਾਂ ਇਸੇ ਹੀ ਕਿਸਾਨ ਭਵਨ ਦੇ ਵਿੱਚ ਸਾਡੇ ਹੋਮ ਮਿਨਿਸਟਰ ਨਹੀਂ ਇਹ ਗੱਲ ਕਰ ਸਕਦੇ ਸੀ? ਜਦੋਂ ਆਈ ਫਿਰਦੇ ਆ ਪੰਜਾਬ ਤੋਂ ਉਹਨਾਂ ਦਾ ਫਰਜ਼ ਬਣਦਾ ਸੀ ਪੰਜਾਬ 'ਚ ਬੈਠ ਕੇ ਕਿਸਾਨਾਂ ਨਾਲ ਗੱਲ ਕਰਨਾ। ਹਜੇ ਤੱਕ ਮੈਨੂੰ ਲੱਗਦਾ ਹੈ ਕਿ ਸੈਂਟਰ ਗਵਰਨਮੈਂਟ ਦਾ ਸਾਡੇ ਇਸ ਮੁੱਦੇ ਦੇ ਉੱਤੇ, ਇਹਨਾਂ ਮਸਲਿਆਂ ਦੇ ਉੱਤੇ ਬਿਲਕੁਲ ਸੰਜੀਦਗੀ ਨਹੀਂ ਗੀ ਉਹਨਾਂ ਦੀ, ਔਰ ਉਹਨਾਂ ਦਾ ਕੋਈ ਸਾਡੇ ਇਸ ਮਸਲੇ ਦੇ ਹੱਲ ਲਈ ਕੋਈ ਉਹਨਾਂ ਦੀ ਤਿਆਰੀ ਨਹੀਂ ਹੈ। ਯਾਨੀ ਕਿ ਅਸੀਂ ਇਹ ਕਹਿ ਦਈਏ ਵੀ ਕੈਪਟਨ ਸਿਰਫ ਜੋ ਕੇਂਦਰ ਸਰਕਾਰ ਉਹ ਸਿਰਫ ਗੱਲੀ ਬਾਤੀ ਸਾਰਨਾ ਚਾਹੁੰਦੀ ਸੀ ਤੇ ਕਿਤੇ ਨਾ ਕਿਤੇ ਤੁਹਾਨੂੰ ਉੱਥੇ ਬੁਲਾ ਕੇ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਬੈਨੀਫਿਟਸ ਦੱਸੇ ਜਾ ਰਹੇ ਸੀ ਤਾਂ ਆਪਣੀ ਜ਼ਿੱਦ ਪਕਾਉਣਾ ਚਾਹੁੰਦੀ ਸੀ। ਬਸ ਕਲੀਅਰ ਹੈ, ਇਹ ਬੜਾ ਸਾਫ਼ ਹੈ ਕਿ ਉਹਨਾਂ ਨੂੰ ਅਸੀਂ ਉੱਥੇ ਕਿਹਾ ਵੀ, ਇਹ ਸਾਡੇ ਆਗੂਆਂ ਨੂੰ ਇਹ ਸ਼ਬਦ ਵਰਤਨੇ ਵੀ ਪਏ ਆ ਕਿ ਸਰਕਾਰ ਦਾ ਜਿਹੜਾ ਅੱਜ ਦਾ ਰਵੱਈਆ ਨਜ਼ਰ ਆ ਰਿਹਾ ਹੈ ਇਹ ਸਾਨੂੰ ਈਗੋ ਭਰਿਆ ਮਤਲਬ ਰਵੱਈਆ ਨਜ਼ਰ ਆ ਰਿਹਾ ਹੈ। ਕਿਉਂਕਿ ਦੇਖੋ ਇੱਕ ਪਾਸੇ ਤਾਂ ਸਾਨੂੰ ਸੱਦਿਆ ਜਾ ਰਿਹਾ ਹੈ, ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਮੈਂ ਕਹਿੰਦਾ ਜਦੋਂ ਅਸੀਂ ਉੱਥੇ ਜਵਾਬ ਦਿੱਤਾ ਵੀ ਅਸੀਂ ਕਿਸੇ ਮਿਨਿਸਟਰ ਤੋਂ ਬਗੈਰ ਇੱਥੇ ਗੱਲ ਕਰਨ ਦਾ ਕੋਈ ਤੁਕ ਨਹੀਂ ਬਣਦੀ, ਤੁਹਾਡੇ ਵਿੱਚ ਕੋਈ ਮੰਤਰੀ ਨਹੀਂ ਆਇਆਗਾ, ਤੁਹਾਡੇ ਵਿੱਚ ਕੋਈ ਜ਼ਿੰਮੇਵਾਰ ਬੰਦਾ ਨਹੀਂ ਹੈ, ਤਾਂ ਉਸ ਵੇਲੇ ਵੀ ਉਹਨਾਂ ਦੇ ਮੂੰਹ ਇਹ ਨਹੀਂ ਨਿਕਲਿਆ ਵੀ ਅਸੀਂ ਕਿਸੇ ਨੂੰ ਬੁਲਾਉਣੇ ਆ, ਕਿਸੇ ਨੂੰ ਸੱਦਦੇ ਆ, ਗੱਲ ਕਰਾਂਗੇ। ਸੋ ਇਸ ਕਰਕੇ ਸਾਨੂੰ ਇਹ ਲੱਗਿਆ ਵੀ ਉਹਨਾਂ ਦੇ ਵਿੱਚ ਈਗੋ ਹੈ ਔਰ ਸਾਡਾ ਮਤਲਬ ਲੋਕਾਂ ਦਾ ਪ੍ਰਤੀ, ਪੰਜਾਬ ਪ੍ਰਤੀ ਜਾਂ ਪੰਜਾਬ ਦੀ ਜਨਤਾ ਪ੍ਰਤੀ ਨਹੀਂ ਸੋਚ ਰਹੇ। ਉਹ ਤਾਂ ਕਾਰਪੋਰੇਟਸ ਦੇ ਵੱਲ ਉਹਨਾਂ ਦਾ ਇਸ਼ਾਰਾ ਹੈ, ਉਧਰ ਨੂੰ ਝੁਕਾਇਆ, ਉਧਰ ਨੂੰ ਜਾ ਰਹੇ ਹੈ। ਕਾਰਪੋਰੇਟ ਨੂੰ ਜਿਹੜਾ ਫਾਇਦਾ ਦੇਣਾ ਚਾਹੁੰਦੇ ਨੇ, ਲੇਕਿਨ ਜੇ ਕਿਸਾਨ ਨੂੰ ਆਗੂਆਂ ਦੀ ਗੱਲ ਕਰ ਲਈਏ, ਅੱਜ ਬੈਠਕ ਕਰਕੇ ਆਏ ਨੇ, ਕੀ ਕਹਿਣਾ ਚਾਹੁੰਦੇ ਹੋ ਜੀ? ਤੁਸੀਂ ਵੀ ਉਸ ਬੈਠਕ ਦਾ ਹਿੱਸਾ ਰਹੇ ਹੋ, ਤੁਸੀਂ ਵੀ ਨਾਲ ਗਏ ਹੋ, ਦਿੱਲੀ ਗਏ ਹੋ, ਕੀ ਲੱਗਦਾ ਆ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਭਵਿੱਖ ਦੇ ਵਿੱਚ ਕੋਈ ਅਜਿਹਾ? ਦੇਖੋ ਜਿਹੜੀ ਸਰਕਾਰ ਆ, ਕੇਂਦਰ ਦੀ ਸਰਕਾਰ ਆ, ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਕਰੂਗੀ, ਕਿਉਂਕਿ ਜਿਹੜੀ ਸਰਕਾਰ ਬਣਾਈ ਹੋਈ ਹੈ ਕਾਰਪੋਰੇਟ ਘਰਾਣਿਆਂ ਦੀ ਇੱਕ ਸਰਕਾਰ ਚੁਣੀ ਹੋਈ ਆ, ਨਾ ਕਿ ਗਰੀਬ ਕਿਸਾਨ ਤੇ ਮਜ਼ਦੂਰਾਂ ਦੀ ਜਿਹੜੀ ਇਹ ਸਰਕਾਰ ਆ। ਲੱਗਦਾ ਨਹੀਂ ਵੀ ਮਤਲਬ, ਪਰ ਫਿਰ ਵੀ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਕੋਈ ਕਿਸਾਨੀ ਦਾ ਦਰਦ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਣੀ ਹਮਦਰਦੀ ਦਿਖਾ ਕੇ ਜਿਹੜਾ ਆ ਇਹ ਕਿਸਾਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਆ, ਤਾਂ ਜੋ ਇਹ ਜਿਹੜੀ ਕਿਸਾਨੀ ਆ, ਪੰਜਾਬ ਦੀ ਕਿਸਾਨੀ ਤੇ ਜਵਾਨੀ ਜਿਹੜੀ ਬਚਾਈ ਜਾ ਸਕੇ। ਕਿਤੇ ਨਾ ਕਿਤੇ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ, ਜੇ ਚਿੱਠੀਆਂ ਆ ਰਹੀਆਂ ਨੇ ਤਾਂ ਜੋ ਇੱਥੇ ਸੰਘਰਸ਼ ਨੇ ਉਹ ਦਬਾਅ ਆ, ਕੀ ਉਹ ਸੰਘਰਸ਼ ਹੁਣ ਅੱਗੇ ਹੋਰ ਤਿੱਖੇ ਕਿਸ ਤਰੀਕਾ ਹੋਣਗੇ, ਦਬਾਅ ਹੋਰ ਕਿਵੇਂ ਪਾਇਆ ਜਾਊਗਾ? ਦੇਖੋ ਆਲਰੇਡੀ ਪਹਿਲਾਂ ਹੀ ਰੇਲ ਗੱਡੀਆਂ ਦੀਆਂ ਲਾਈਨਾਂ ਤੇ ਕਿਸਾਨ ਬੈਠਾ ਹੋਇਆ ਆ, ਔਰ ਜਿੰਨੇ ਵੀ ਟੋਲ ਪਲਾਜ਼ੇ ਆ ਉੱਥੇ ਬੈਠਾ ਹੋਇਆ ਆ, ਰਿਲਾਇੰਸ ਮਾਰਕੀਟਾਂ ਬੰਦ ਕੀਤੀਆਂ ਹੋਈਆਂ ਆ, ਸਾਰਾ ਕੁਝ ਆਲਰੇਡੀ ਚੱਲ ਰਿਹਾ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੱਲ ਮੀਟਿੰਗ ਆ ਉਹਦੇ ਵਿੱਚ ਵਿਚਾਰਿਆ ਜਾਏਗਾ ਕਿ ਕੀ ਕਰਨਾ ਹੈਗਾ ਕੀ ਨਹੀਂ, ਉਹ ਆਉਣ ਵਾਲੇ ਕੱਲ ਦੇ ਵਿੱਚ ਹੀ ਮੀਟਿੰਗ 'ਚ ਪਤਾ ਲੱਗ ਸਕੇਗਾ। ਕੱਲ ਨੂੰ ਬੈਠਕ ਹੈ, ਇਸ ਬੈਠਕ ਦੇ ਵਿੱਚ ਦੇਖਣਾ ਹੈ ਕਿ ਕਿਸ ਤਰੀਕੇ ਦੇ ਨਾਲ ਐਲਾਨ ਕੀਤੇ ਜਾਂਦੇ ਨੇ, ਕਿਉਂਕਿ ਬੜੀ ਅਹਿਮ ਇਹ ਬੈਠਕ ਰਹੇਗੀ। ਬਲਦੇਵ ਸਿਰਸਾ ਸਾਡੇ ਨਾਲ ਨੇ, ਉਹਨਾਂ ਨਾਲ ਜਾਣਕਾਰੀ ਲੈਣੇ ਆ ਕਿ ਜੋ ਅੱਜ ਬੈਠਕ ਦੇ ਵਿੱਚ ਗੱਲਬਾਤ ਹੋਈ ਹੈ ਜਾਂ ਜੋ ਨਤੀਜੇ ਨੇ ਉਹ ਕਿਵੇਂ ਦੇਖਦੇ ਨੇ, ਕਿਉਂਕਿ ਅੱਜ ਬੈਠਕ ਆ ਜਿਹੜੀ ਉਹ ਬੇਸਿੱਟਾ ਰਹੀ ਹੈ, ਕੋਈ ਕਿਸੇ ਦਾ ਕਿਸੇ ਸਿਰੇ ਲੱਗੀ ਨਜ਼ਰ ਨਹੀਂ ਆਉਂਦੀ ਸੀ। ਭਵਿੱਖ ਦੇ ਵਿੱਚ ਜੇਕਰ ਅਜਿਹੀਆਂ ਬੈਠਕਾਂ ਹੁੰਦੀਆਂ ਨੇ ਤਾਂ ਲੱਗਦਾ ਆ ਵੀ ਆਪਣੀ ਜ਼ਿੱਦ ਤੋਂ ਸਰਕਾਰ ਹਟ ਜਾਏਗੀ। ਦੇਖੋ ਇਸ ਸਮੇਂ ਦੇ ਹਿਸਾਬ ਨਾਲ ਕਈ ਵਾਰ ਸਮੇਂ ਦੇ ਹਾਲਾਤ ਜਿਹੜੇ ਨੇ, ਜਿਸ ਤਰ੍ਹਾਂ ਜਿਹੜੀ ਅੱਜ ਦੀ ਜਿਹੜੀ ਬੈਠਕ ਹੈ ਉਹ ਅਸੀਂ ਸਮਝਦੇ ਹਾਂ ਕਿ ਮੇਰੇ ਤੋਂ ਪਹਿਲਾਂ ਵੀ ਸਾਰਿਆਂ ਨੇ ਗੱਲ ਕੀਤੀ ਹੈ ਤੇ ਮੈਂ ਵੀ ਇਹ ਦੱਸਣਾ ਮੀਟਿੰਗ ਕਿਸਮ ਦਾ ਸਾਡੇ ਨਾਲ ਕੀਤਾ, ਸਾਡੀ
ਕਿ ਉਹਨਾਂ ਨੇ ਹੱਦ ਤੱਕ ਕੀਤੀ ਹੈ, ਜਿਹਦੇ ਬਾਰੇ ਜਿਸ ਤਰ੍ਹਾਂ ਕਿ ਜਿਹੜੇ ਕੇਂਦਰੀ ਮੰਤਰੀ ਨੇ ਤੇ ਜਿਹਦੇ ਵਿੱਚ ਜਿਹੜਾ ਹੈਗਾ ਕ੍ਰਿਸ਼ੀ ਮੰਤਰੀ ਵੀ ਜਿਹੜਾ ਰਾਜ ਮੰਤਰੀ ਜਿਹੜਾ ਉਹ ਵੀ ਇੱਥੇ ਆ ਕੇ 7-8 ਮੰਤਰੀਆਂ ਦੀ ਫੌਜ ਲੈ ਕੇ ਤੇ ਪੰਜਾਬ ਦੇ ਕਿਸਾਨਾਂ ਜਿਹੜਾ ਇੱਥੇ ਆ ਕੇ ਰੈਲੀਆਂ ਕਰ ਰਿਹਾ, ਮੀਟਿੰਗਾਂ ਕਰ ਰਿਹਾ, ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਮਤਲਬ ਕਿ ਜਿਹੜਾ ਲੋਕਾਂ ਦੇ ਨਾਲੋਂ ਤੋੜਨ ਵਾਸਤੇ ਇਹ ਇੱਕ ਸਿੱਟਾ ਹੈ। ਔਰ ਇਹਦੇ ਨਾਲ ਇਹ ਵੀ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇੱਥੇ ਜਿਹੜਾ ਕੋਈ ਨਾ ਕੋਈ ਜਿਹੜਾ ਐਸਾ ਹਾਲਾਤ ਪੈਦਾ ਕੀਤੇ ਜਾਣ ਜਿਸ ਤਰ੍ਹਾਂ 1982 ਦੇ ਵਿੱਚ ਇਹਨਾਂ ਨੇ ਕੀਤਾ ਸੀ। ਤੁਸੀਂ ਹਾਲਾਤ ਦੀ ਗੱਲ ਕੀਤੀ ਹੈ, ਹਾਲਾਤ ਦੀ ਗੱਲ ਮੀਟਿੰਗ 'ਚ ਵੀ ਹੋਈ ਹੈ ਕਿ ਜੇਕਰ ਕੋਈ ਹਾਲਾਤ ਵਿਗੜਦੇ ਨੇ ਪੰਜਾਬ ਦਾ ਜ਼ਿੰਮੇਵਾਰੀ ਕੌਣ ਚੱਕੂਗਾ। ਇਹ ਜ਼ਿੰਮੇਵਾਰੀ ਨੂੰ ਲੈ ਕੇ ਵੀ ਬਹੁਤ ਵੱਡਾ ਮਸਲਾ ਖੜਾ ਹੋ ਜਾਂਦਾ ਹੈ ਕਿਉਂਕਿ ਅੱਜ ਪੰਜਾਬ ਪੂਰਾ ਬੈਠਾ ਹੈ ਤੇ ਆਉਣ ਵਾਲੇ ਸਮੇਂ 'ਚ ਸੰਘਰਸ਼ ਤਿੱਖਾ ਹੋ ਸਕਦਾ ਆ। ਸੰਭਾਵਨਾਵਾਂ ਹੋਰ ਵੀ ਹੈ ਕਿ ਦਿਸ਼ਾਹੀਨ ਕਰਕੇ ਕਿਸੇ ਹੋਰ ਤਰੀਕੇ ਦੇ ਨਾਲ, ਤਾਨਾਸ਼ਾਹੀ ਤਰੀਕੇ ਦੇ ਨਾਲ ਇਹ ਸੰਘਰਸ਼ ਤੋੜੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਦੀ, ਕਿਉਂਕਿ ਕੇਂਦਰ ਨੇ ਸਭ ਕੁਝ ਕੀਤਾ, ਮੋਦੀ ਸਰਕਾਰ ਨੇ ਅਕਾਲੀ ਦਲ ਚ ਪ੍ਰਕਾਸ਼ ਸਿੰਘ ਬਾਦਲ ਆਉਂਦਾ ਤੇ ਇਹ ਚੁੱਪ ਰਹੇ ਨੇ, ਇਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਆ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਵਕਾਲਤ ਕਰਦਾ ਰਿਹਾ ਹੈ। ਇਸੇ ਤਰ੍ਹਾਂ ਹਰਸਿਮਰਤ ਕੌਰ ਜਿਹੜੀ ਆ ਪਹਿਲਾਂ ਤਾਂ ਉਹਨਾਂ ਦੇ ਨਾਲ ਰਹੀ ਆ ਤੇ ਜਦੋਂ ਹਾਲਾਤ ਵੇਖੇ ਵੀ ਪੰਜਾਬ ਦਾ ਜਿਹੜਾ ਕਿਸਾਨ ਆ ਇਹ ਇਕੱਲਾ ਪੰਜਾਬ ਦਾ ਕਿਸਾਨ ਹੀ ਨਹੀਂ, ਪੂਰੇ ਦੇਸ਼ ਦੇ ਕਿਸਾਨ ਇਹ ਕਿਸਾਨ ਸੰਘਰਸ਼ ਦੇ ਪਿੱਛੇ ਆ ਗਏ ਨੇ ਔਰ ਪੂਰੇ ਸੰਸਾਰ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਨਿਗਾਹਾਂ ਇੱਧਰ ਲੱਗੀਆਂ ਨੇ। ਅੱਜ ਤੁਸੀਂ ਦੇਖ ਰਹੇ ਹੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਮੋਦੀ ਦੇ ਖਿਲਾਫ, ਇਹ ਨਾਅਰੇਬਾਜ਼ੀ ਹੋ ਰਹੀ ਹੈ ਔਰ ਕਿਸਾਨਾਂ ਦੇ ਹਿੱਤਾਂ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਆ। ਸੋ ਇਸ ਕਰਕੇ ਇਹਦੇ ਵਿੱਚ ਇਹ ਸਾਰੇ ਦੋਸ਼ੀ ਨੇ ਤੇ ਨਾਲ ਇਹਦੇ ਵਿੱਚ ਬਾਕੀ ਰਾਜਨੀਤਿਕ ਪਾਰਟੀਆਂ। ਮੈਂ ਇਸ ਕਰਕੇ ਕਹਿਣਾ ਕਿ ਜਿਹੜੇ ਅੱਜ ਇਸ ਸੰਘਰਸ਼ ਦੇ ਚੱਲਦੇ ਦੌਰਾਨ ਆਪੋ ਆਪਣੀ ਡਫਲੀ ਵਜਾ ਰਹੇ ਨੇ, ਕੋਈ ਇਸ ਤਰ੍ਹਾਂ ਕਿ ਕਾਂਗਰਸ ਜਿਹੜੀ ਆ ਉਹ ਆਪਣੀ ਟਰੈਕਟਰ ਰੈਲੀ ਕਰ ਰਹੀ ਆ, ਸੁਖਬੀਰ ਬਾਦਲ ਆਪਣੇ ਜਿਹੜਾ ਉਹ ਡਫਲੀ ਵਜਾ ਰਿਹਾ, ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਵੀ ਇਸੇ ਤਰ੍ਹਾਂ ਆਮ ਪਾਰਟੀ ਆਪਣੀ ਗੱਲ ਕਰ ਰਹੀ ਆ। ਜੇਕਰ ਉਹ ਕਿਸਾਨਾਂ ਦੇ ਨਾਲ ਹਮਦਰਦੀ ਰੱਖਦੇ ਨੇ, ਕਿਸਾਨਾਂ ਦੇ ਇਹ ਸੰਘਰਸ਼ ਭਰੀ ਉਹ ਕੋਈ ਸੰਜੀਦਗੀ ਰੱਖਦੇ ਨੇ, ਹਮਦਰਦੀ ਆ ਸਾਡੇ ਨਾਲ, ਤੇ ਉਹ ਆਪਣੇ ਝੰਡੇ ਛੱਡ ਕੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਹੋਏ ਮੋਰਚੇ 'ਚ ਉਹ ਪਿੱਛੇ ਆ ਕੇ ਬੈਠਦੇ ਵੀ ਭਾਈ ਤੁਸੀਂ ਇਹ ਸੰਘਰਸ਼ ਚਲਾ ਰਹੇ ਹੋ, ਸਾਡੀ ਹਮਦਰਦੀ ਤੁਹਾਡੇ ਨਾਲ ਹੈ, ਅਸੀਂ ਆਪਣਾ ਝੰਡਾ ਤੇ ਆਪਣਾ ਜਿਹੜਾ ਬੈਨਰ ਛੱਡ ਕੇ ਆ ਤੁਹਾਡੇ ਪਿੱਛੇ ਬੈਠੇ ਆ। ਫਿਰ ਤਾਂ ਕੋਈ ਗੱਲ ਬਣਦੀ ਸੀ ਤੇ ਹੁਣ ਉਹ ਆਪਣਾ ਤੇ ਜਿਹੜਾ ਮਤਲਬ ਕਿ ਜਿਹੜਾ ਆਲਾਪ ਕਰ ਰਹੇ ਨੇ, ਆਪੋ ਆਪਣੀ ਪਾਰਟੀ ਦੀ ਗੱਲ ਕਰ ਰਹੇ ਨੇ। ਸੋ ਇਸ ਕਰਕੇ ਇਹ ਸਾਰੇ ਦੋਸ਼ੀ ਨੇ। ਪਹਿਲੇ ਨੰਬਰ ਤੇ ਬੀਜੇਪੀ ਮੋਦੀ ਸਰਕਾਰ ਹੈ, ਦੂਸਰੇ ਨੰਬਰ ਦੇ ਉੱਤੇ ਬਾਦਲ ਹੈ, ਤੀਸਰੇ ਨੰਬਰ ਤੇ ਇਹ ਕੈਪਟਨ ਵੀ ਹੈ ਤੇ ਚੌਥੇ ਤੇ ਸਾਰੀਆਂ ਹੀ ਪਾਰਟੀਆਂ ਜਿੰਨੀਆਂ ਵੀ ਨੇ, ਚਾਹੇ ਉਹ ਆਮ ਪਾਰਟੀ ਆ, ਕੇਜਰੀਵਾਲ ਜਾਂ ਕੋਈ ਹੋਰ ਹੈ, ਇਹ ਸਾਰੀਆਂ ਦੀ ਸਾਰੀਆਂ ਰਾਜਨੀਤਿਕ ਪਾਰਟੀਆਂ। ਸਵਾਲ ਇੱਥੇ ਵੀ ਪੈਦਾ ਹੁੰਦਾ ਹੈ ਕਿ ਜਦੋਂ ਸਾਰਾ ਪੰਜਾਬ ਸੜਕਾਂ ਤੇ ਬੈਠਾ ਆ, ਬੇਸ਼ੱਕ ਤੁਹਾਨੂੰ ਉੱਥੇ ਬੁਲਾਇਆ ਜਾਂਦਾ, ਤੁਸੀਂ ਕਹਿੰਦੇ ਹੋ ਕਿ ਸੰਜੀਦਗੀ ਨਹੀਂ ਦਿਖਾਈ ਗਈ, ਉੱਥੇ ਬੁਲਾ ਕੇ ਵੀ ਉਹ ਚੀਜ਼ਾਂ ਕੀਤੀਆਂ ਗਈਆਂ ਜੋ ਪਹਿਲਾਂ ਚਿੱਠੀ ਵਿੱਚ ਲਿਖੀਆਂ ਗਈਆਂ, ਯਾਨੀ ਕਿ ਬੈਨੀਫਿਟਸ ਦੱਸੇ ਗਏ। ਲੱਗਦਾ ਆ ਮੋਦੀ ਸਰਕਾਰ ਨੂੰ ਜਾਂ ਕੇਂਦਰ ਨੂੰ ਪੰਜਾਬ ਦੇ ਨਾਲ ਕੋਈ ਫਰਕ ਪੈ ਰਿਹਾ ਆ? ਦੇਖੋ ਇਹ ਜਿਹੜੇ ਹਾਲਾਤ ਐਸੇ ਪੈਦਾ ਹੋਣਗੇ ਕਿ ਜਿਹਦੇ ਨਾਲ ਮੋਦੀ ਤੱਕ ਹੀ ਇੱਥੇ ਪਿਛਲਾ ਇਤਿਹਾਸ ਤੁਸੀਂ ਵੇਖ ਲਓ ਨਾ ਪੰਜਾਬ ਦਾ, ਇੱਕੋ ਅੱਜ ਨਵੀਂ ਗੱਲ ਤੇ ਨਹੀਂ ਹੈਗੀ। ਅੱਜ ਤੱਕ ਪੰਜਾਬ ਦੇ ਲੋਕਾਂ ਨੇ ਜਿੰਨੇ ਵੀ ਸੰਘਰਸ਼ ਕੀਤੇ ਨੇ ਉਹਨਾਂ ਨੇ ਕਿਸੇ ਦੀ ਈਨ ਨਹੀਂ ਮੰਨੀ, ਉਹ ਆਪਣੇ ਹੱਕਾਂ ਦੀ ਖਾਤਰ ਲੜੇ ਨੇ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਆਇਆ, ਚਾਹੇ ਮਹਿਮੂਦ ਗਜ਼ਨੀ ਆਇਆ, ਚਾਹੇ ਕੋਈ ਹੋਰ ਆਇਆ, ਰੰਗਜੀਬ ਆਇਆ। ਤੇ ਔਰ ਸਾਨੂੰ ਗੁਰੂ ਸਾਹਿਬਾਨਾਂ ਨੇ ਜੋ ਇਹ ਰਸਤੇ ਆਪਣੇ ਹੱਕਾਂ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਾਈ ਲੜਨ ਦੇ ਦਰਸਾਏ ਨੇ, ਅਸੀਂ ਉਹਨਾਂ ਰਸਤਿਆਂ ਤੇ ਚੱਲ ਰਹੇ ਹਾਂ। ਅਸੀਂ ਕਿਸੇ ਵੀ ਕਿਸਮ ਦੀ ਘਬਰਾਹਟ ਨਹੀਂ, ਇਹ ਜੋ ਮਰਜ਼ੀ ਹੱਥ ਕੰਡੇ ਅਪਣਾ ਲੈਣ, ਅਸੀਂ ਇਸ ਗੱਲ ਤੋਂ ਟਸ ਤੋਂ ਮਸ ਨਹੀਂ ਹੋਵਾਂਗੇ ਔਰ ਆਪਣੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਬਹੁਤ ਹੀ ਜਿਹੜਾ ਸੰਜੀਦਗੀ ਦੇ ਨਾਲ, ਅਮਨ ਕਾਨੂੰਨ ਦੇ ਨਾਲ ਨੂੰ ਕਾਇਮ ਰੱਖਦੇ ਹੋਏ ਸ਼ਾਂਤੀਪੂਰਵਕ ਲੜਾਈ ਜਿਹੜੀ ਲੜਾਂਗੇ। ਜੋ ਪਿਛਲੇ ਸਮਿਆਂ ਦੇ ਵਿੱਚ ਕੇਂਦਰ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹਦੇ ਵੱਲੋਂ ਚਲਾਏ ਸੰਘਰਸ਼ਾਂ ਨੂੰ, ਜਿਸ ਤਰ੍ਹਾਂ ਕਿ ਪੰਜਾਬੀ ਸੂਬੇ ਦੀ ਗੱਲ ਕਰ ਲਓ ਜਾਂ ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਦੀ ਗੱਲ ਕਰ ਲਓ ਜਾਂ ਹੋਰ ਵੀ ਆਇਆ, ਜਿਸ ਤਰ੍ਹਾਂ ਪਾਣੀਆਂ ਦੀ ਗੱਲ ਹੈ ਜਾਂ ਮਿਲੀ ਗੱਲ ਹੈ, ਉਹਨਾਂ ਨੇ ਅੱਜ ਤੱਕ ਸਾਡੇ ਨਾਲ ਜਿਹੜਾ ਸੀ ਉਹ ਬੇਵਫਾਈ ਕੀਤੀ ਹੈ। ਪੰਜਾਬ ਨੂੰ ਉਹਨਾਂ ਨੇ ਨਹੀਂ ਸੋਚਿਆ, ਕਦੀ ਨਹੀਂ ਇਹ ਸੋਚਿਆ ਕਿ ਪੰਜਾਬ ਜਿਹੜਾ ਹੈ ਪਾਕਿਸਤਾਨ ਬਾਰਡਰ ਤੇ ਆ ਔਰ ਇਸ ਪੰਜਾਬ ਦੇ ਲੋਕਾਂ ਨੇ ਜਿਹੜਾ ਕਿ ਪਾਕਿਸਤਾਨ ਬਣਨ ਦੇ ਸਮੇਂ ਵੀ ਬਹੁਤ ਵੱਡਾ ਸੰਤਾਪ ਵੰਡਾਇਆ। ਉਸ ਤੋਂ ਬਾਅਦ ਇਹਨਾਂ ਨੇ ਚੀਨ, ਪਾਕਿਸਤਾਨ ਦੇ ਨਾਲ ਜੰਗਾਂ ਲੱਗੀਆਂ, ਉਸ ਟਾਈਮ ਤੇ ਵੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ, ਹਰ ਸਮੇਂ ਦੇ ਵਿੱਚ ਕੀਤੀਆਂ ਨੇ। ਉਸ ਤੋਂ ਬਾਅਦ ਇਹਨਾਂ ਦੇ ਨਾਲ ਇਹ ਕੁਝ ਕੀਤਾ ਗਿਆ, ਸਾਡੇ ਪਾਣੀ ਖੋਏ ਗਏ, ਪਰ ਪੰਜਾਬ ਦੇ ਕਿਸਾਨ ਨੇ ਜੋ ਇਹ ਠੂਠਾ ਪੜ ਕੇ ਬਾਹਰ ਜਾਂਦੇ ਸੀ ਉਹ ਵੀ ਛਡਾਇਆ। ਪਰ ਇਹਨਾਂ ਨੇ ਅੱਜ ਤੱਕ ਕਦੇ ਕਿਸੇ ਕੇਂਦਰ ਸਰਕਾਰ ਨੇ ਜਿਹੜਾ ਇਹ ਕਦੀ ਵੀ ਨਹੀਂ ਸੋਚਿਆ। ਤੇ ਜੇ ਸੂਬਾ ਸਰਕਾਰਾਂ ਆਉਂਦੀਆਂ ਨੇ ਤੇ ਇਹ ਵੀ ਉਹਨਾਂ ਦੇ ਹੀ ਜਿਹੜਾ ਆਲਾਪ ਮਤਲਬ ਕਿ ਗੀਤ ਗਾਉਂਦੀਆਂ ਨੇ, ਉਹਨਾਂ ਦੀ ਬੋਲੀ ਹੀ ਬੋਲਦੀਆਂ ਨੇ। ਸੋ ਇਸ ਕਰਕੇ ਪੰਜਾਬ ਦੇ ਨਾਲ ਇਹ
ਇਹ ਅੱਜ ਨਹੀਂ, ਪੰਜਾਬ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਤੁਸੀਂ ਵੇਖੋ ਪਾਣੀਆਂ ਦਾ ਮਸਲਾ ਵੇਖ ਲਓ, ਚੰਡੀਗੜ੍ਹ ਦਾ ਵੇਖ ਲਓ, ਪੰਜਾਬੀ ਬੋਲਦੇ ਇਲਾਕਿਆਂ ਦਾ ਵੇਖ ਲਓ, ਇਹ ਸਾਰੇ ਜਿਹੜੇ ਸਾਡੇ ਨਾਲ ਪੰਜਾਬ ਨਾਲ ਧੱਕੇ ਹੀ ਨਹੀਂ ਹੋਏ ਨੇ ਹੁਣ ਤੱਕ, ਤੇ ਸਾਰੀਆਂ ਇਹਨਾਂ ਸਰਕਾਰਾਂ ਨੇ ਮਿਲ ਕੇ ਕੀਤੀਆਂ ਪਾਰਟੀਆਂ ਨੇ। ਹੁਣ ਤੱਕ ਵਿਤਕਰਾ ਹੀ ਹੁੰਦਾ ਆ। ਲੇਕਿਨ ਜੇਕਰ ਅਸੀਂ ਅੱਜ ਦੀ ਬੈਠਕ ਦੀ ਗੱਲ ਕਰ ਲਈਏ, ਤੁਹਾਨੂੰ ਕੀ ਲੱਗਦਾ ਹੈ ਕਿ ਜੋ ਬੈਠਕ ਦੇ ਵਿੱਚ ਹੋਇਆ ਇਸ ਨਾਲ ਕਿਸਾਨਾਂ ਦੇ ਅੰਦਰ, ਕਿਸਾਨ ਜਥੇਬੰਦੀਆਂ 'ਚ ਰੋਸ ਬਹੁਤ ਹੈ, ਇਸ ਰੋਸ ਦਾ ਹੁਣ ਅੱਗੇ ਪ੍ਰਗਟਾਵਾ ਕਿਵੇਂ ਹੋਊਗਾ, ਲਹਿਰ ਨੂੰ ਹੋਰ ਕਿੰਨਾ ਕੁ ਬਲ ਮਿਲਦਾ? ਦੇਖੋ, ਜੋ ਅੱਜ ਮੀਟਿੰਗ ਹੋਈ ਉੱਥੇ ਸਰਕਾਰ ਨੇ ਸੱਦੀ ਗਈ ਐਗਰੀਕਲਚਰ ਦੇ ਸੈਕਟਰੀ ਵੱਲੋਂ, ਉਹਨਾਂ ਨੇ ਕਿਸਾਨਾਂ ਨੇ ਉਹਨਾਂ ਨੂੰ ਪਹਿਲਾਂ ਕਿਹਾ ਸੀ ਅਸੀਂ ਵੀ ਤੁਹਾਡੇ ਨਾਲ ਮੀਟਿੰਗ ਹੋਣੀ ਹੈ ਜਿਹੜੀ ਉਹਦੇ ਵਿੱਚ ਘੱਟੋ ਘੱਟ ਕਾਨੂੰਨ ਬਣਾਉਣ ਵਾਲਾ ਤੇ ਉਸ ਕਾਨੂੰਨ ਨੂੰ ਕੈਂਸਲ ਕਰਨ ਵਾਲੀ ਕੋਈ ਰਾਜਸੀ ਸੱਤਾ ਦੇ ਤਾਕਤ ਹੋਵੇ, ਚਾਹੇ ਮੰਤਰੀ ਹੈ ਚਾਹੇ PM ਦੇ ਆਫਿਸ ਦੇ ਵਿੱਚੋਂ ਕੋਈ ਸੀਨੀਅਰ ਅਧਿਕਾਰੀ ਹੋਣ। ਜਦੋਂ ਗਏ ਉੱਥੇ ਕੋਈ ਨਹੀਂ ਸੀਗਾ। ਜਦੋਂ ਉਹਨਾਂ ਨੂੰ ਪਹਿਲਾ ਸਵਾਲ ਕੀਤਾ ਵੀ ਤੁਹਾਡੇ ਨਾਲ ਆ ਗੱਲ ਹੋਈ ਸੀ, ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀਗਾ। ਔਰ ਉਹਦੇ ਨਾਲ ਹੀ ਉਦੋਂ ਵੀ ਮਾੜੀ ਗੱਲ ਕੀਤੀ ਵੀ ਸਾਨੂੰ ਉੱਥੇ ਪੰਜਾਬ ਬੁਲਾ ਲਿਆ ਗਿਆ। ਪੰਜਾਬ ਦੇ ਵਿੱਚ 8 ਮੰਤਰੀਆਂ ਦੀ ਡਿਊਟੀ ਲਾ ਦਿੱਤੀ। ਅੱਜ ਸੰਗਰੂਰ ਤੇ ਬਰਨਾਲੇ 'ਚ 2 ਮੰਤਰੀ ਆਏ ਜਿਨ੍ਹਾਂ ਦਾ ਕਿਸਾਨਾਂ ਨੇ ਘਰੋ ਵੀ ਕੀਤਾ ਤੇ ਉਹਨਾਂ ਨੂੰ ਇਹ ਉੱਥੇ ਕਿਸਾਨਾਂ ਦੇ ਉਹਦੇ ਉੱਤੇ ਨੂਨ ਛਿੜਕਣ ਦੀ ਗੱਲ ਕੀਤੀ, ਉੱਥੇ ਆ ਗਏ। ਅਸੀਂ ਕਿਹਾ ਵੀ ਉਹ ਆ ਕੇ ਚੰਡੀਗੜ੍ਹ ਸਾਡੇ ਨਾਲ ਉਹੀ ਗੱਲ ਕਰ ਲੈਂਦੇ, ਤੇ ਪਰ ਇਹ ਸਰਕਾਰ ਸਜੀਦਾ ਨਹੀਂ ਪੰਜਾਬ ਪ੍ਰਤੀ। ਉਹ ਕਿਸਾਨਾਂ ਨੂੰ ਬੁਲਾ ਕੇ ਉੱਥੇ ਤੋਹੀਨ ਕੀਤੀ ਹੈ। ਜਿੱਥੋਂ ਤੱਕ ਹੈ ਕਿਸਾਨਾਂ ਦੇ ਅਗਲੇ ਘੋਲ ਦੀ ਗੱਲ ਹੈਗੀ, ਕਿਸਾਨ ਕੱਲ ਨੂੰ ਮੀਟਿੰਗ ਹੋਣੀ ਹੈ, ਸਾਰੇ ਸਮੁੱਚੇ ਕਿਸਾਨ ਇਕੱਠੇ ਹੈਗੇ, ਇਕੱਠੇ ਹੋ ਕੇ ਅਸੀਂ ਆਪਣੀ ਅਗਲੀ ਰੂਪਰੇਖਾ ਲਿਖਾਂਗੇ। ਇਹ ਕਿਸਾਨ ਘੋਲ ਹੈ ਜਿਹੜਾ ਤੇਜ਼ ਹੋਣਾ ਹੈ, ਕਿਉਂਕਿ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਟੋਟਲ ਅੱਜ ਜੋ ਕਿਸੇ ਵੀ ਵਰਗ ਨਾਲ ਸੰਬੰਧ ਰੱਖਦੀਆਂ, ਕੋਈ ਰਾਜਸੀ ਵਿਚਾਰ ਰੱਖਦੀਆਂ, ਉਹਨਾਂ ਸਾਰੀਆਂ ਦੀ ਮੀਟਿੰਗ ਹੋ ਰਹੀ ਹੈ ਦਿੱਲੀ ਦੇ ਵਿੱਚ ਆਉਣ ਵਾਲੇ ਸਮੇਂ 'ਚ। 5 ਨਵੰਬਰ ਦਾ ਸੱਦਾ ਦਿੱਤਾ ਜਾਣਾ ਵੀ 6 ਘੰਟੇ ਦੇ ਲਈ ਸਮੁੱਚੇ ਦੇਸ਼ ਦੇ ਵਿੱਚ ਰੋਡ ਜਾਮ ਕਰਨੇ ਆ, ਔਰ ਉਹਦੇ 'ਚੋਂ ਕੋਈ ਵੀ ਕਿਸਾਨਾਂ ਦੀ ਜਥੇਬੰਦੀ ਬਾਹਰ ਨਹੀਂ ਹੋਣੀ। ਜਿਹੜੀ ਬਾਹਰ ਹੋਊਗੀ ਉਹ ਕਿਸਾਨਾਂ ਦੀ ਨਹੀਂ ਹੋਣੀ, ਕਿਸਾਨਾਂ ਦੀ ਗੱਲ ਉਦਾਂ ਕਰਦੀ ਹੋਣੀ ਹੈ। ਇਸ ਲਈ ਸਾਰੇ ਕਿਸਾਨ ਇਕੱਠੇ ਹੋ ਕੇ, ਕਿਉਂਕਿ ਜਿਹੜੇ ਇਹ ਕਾਨੂੰਨ ਹੈ ਇਕੱਲੇ ਕਿਸਾਨਾਂ ਦੇ ਲਈ ਮਾਰੂ ਨਹੀਂ, ਇਹ ਸਮੁੱਚੇ ਲੋਕਾਂ ਲਈ ਮਾਰੂ ਹੈ, ਦੇਸ਼ ਦੇ ਲਈ, ਸਾਡੇ ਲਈ ਘਾਤਕ ਹੈ। ਅੰਨ ਸੁਰੱਖਿਆ ਦੇ ਸਵਾਲ ਦੇ ਉੱਤੇ ਜਿੱਥੇ ਅੰਨ ਸੰਕਟ ਪੈਦਾ ਹੋਣਾ ਹੈਗਾ। ਅੱਜ ਜਦੋਂ ਕਰੋਨਾ ਮਹਾਮਾਰੀ ਦੇ ਕਾਰਨ ਸਾਰਾ ਦੇਸ਼ ਲੋਕਡਾਊਨ ਦੇ ਅੰਦਰ ਸੀ, ਸਰਕਾਰ ਕੋਲ ਇੱਕੋ ਹੀ ਚਿੰਤਾ ਸੀ ਵੀ ਇਹਨਾਂ ਲੋਕਾਂ ਨੂੰ ਰੋਟੀ ਕਿਵੇਂ ਦੇਣੀ ਹੈ। ਉਹ ਰੋਟੀ ਸੀ ਵੀ ਜੇ ਸਰਕਾਰੀ ਖਰੀਦ ਦਾ ਖਰੀਦਿਆ ਹੋਇਆ ਅਨਾਜ ਗੋਦਾਮਾਂ 'ਚ ਪਿਆ ਸੀ, ਜੇ ਇਸ ਤਰ੍ਹਾਂ ਕਾਨੂੰਨਾਂ ਨੂੰ ਲਾਗੂ ਕਰਨਾ ਤਾਂ ਵਪਾਰੀ ਕੋਲੇ ਅਨਾਜ ਹੋਣਾ ਤੇ ਲੋਕਾਂ ਨੇ ਭੁੱਖੇ ਮਰਨਾ ਹੈਗਾ। ਔਰ ਦੂਸਰੇ ਪਾਸੇ ਸੰਘੀ ਢਾਂਚੇ ਦੇ ਉੱਤੇ ਬੀਜੇਪੀ ਲਗਾਤਾਰ ਵਾਰ ਕਰ ਰਹੀ ਹੈ। ਇਹਨਾਂ ਦੇ ਨਾਲ ਵੀ ਰਾਜਾਂ ਦਾ ਅਧਿਕਾਰ ਹੈਗਾ, ਖੇਤੀਬਾੜੀ ਦੀ ਸੂਚੀ 'ਚ ਹੈ, ਉਹਦੇ ਉੱਤੇ ਆਪਣਾ ਉਹ ਕਰਿਆ ਜਿਹਦੇ ਨਾਲ ਰਾਜਾਂ ਦੇ ਅਧਿਕਾਰਾਂ ਤੇ ਸਾਪਾ ਤੇ ਰਾਜਾਂ ਦੀ ਆਮਦਨ ਘਟਣੀ ਹੈ। ਇਸ ਲਈ ਸਮੁੱਚੇ ਤੌਰ ਤੇ ਕਿਸਾਨ ਇਹ ਗੱਲਾਂ ਨੂੰ ਸਮਝਦੇ ਹੋਇਆ ਸਵਿਸ ਜਾਂ ਤੇ ਸਾਨੂੰ ਲੜਨਾ ਪਊ ਜਾਂ ਸਾਨੂੰ ਮਰਨਾ ਪਊ। ਆਪਣੀ ਜ਼ਮੀਨ ਦੇ ਵਿੱਚ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਕੋਲੇ ਸਾਨੂੰ ਆਪਣੇ ਤੌਰ ਤੇ ਮਜ਼ਦੂਰੀ ਕਰਨੀ ਪਊਗੀ, ਪਰ ਕਿਸਾਨ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ, ਕਿਸਾਨਾਂ ਦੇ ਖਿਲਾਫ ਲੜੂਗਾ। ਕਦੇ ਵੀ ਅਸੀਂ ਆਪਣੀ ਜ਼ਮੀਨ ਦੇ ਉੱਤੇ ਉਹਨਾਂ ਲੋਕਾਂ ਨੂੰ ਜ਼ਮੀਨ ਨਹੀਂ ਦੇਵਾਂਗੇ, ਕਾਰਪੋਰੇਟ ਘਰਾਣਿਆਂ ਦੇ ਉੱਤੇ ਆਉਣ ਦੀ ਇਜਾਜ਼ਤ ਨਹੀਂ ਮਿਲੂਗੀ। ਯਾਨੀ ਕਿ ਲੜਾਈ ਹੁਣ ਆਰ-ਪਾਰ ਦੀ ਹੈ ਤੇ ਇਸ ਆਰ-ਪਾਰ ਦੀ ਲੜਾਈ ਦੇ ਲਈ ਅਗਲਾ ਫੈਸਲਾ ਕੱਲ ਵਾਲੀ ਮੀਟਿੰਗ ਵਿੱਚ ਹੋਵੇਗਾ। ਇਸੇ ਜਗ੍ਹਾ ਤੇ ਕਿਸਾਨ ਭਵਨ ਦੇ ਵਿੱਚ ਕੱਲ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਮੀਟਿੰਗ ਕਰਨਗੀਆਂ। ਹੁਣ ਦੇਖਣਾ ਹੈ ਭਲਕੇ ਜਿਹੜੀ ਮੀਟਿੰਗ ਹੋਣੀ ਹੈ ਉਹਦਾ ਨਤੀਜਾ ਕੀ ਨਿਕਲਦਾ, ਕਿਹੜੇ ਨਵੇਂ ਐਲਾਨ ਨਿਕਲਦੇ ਨੇ, ਕਿਹੜੀ ਨਵੀਂ ਰਣਨੀਤੀ ਤਿਆਰ ਕੀਤੀ ਜਾਂਦੀ ਜਿਹਦੇ ਨਾਲ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ ਕਿ ਸਰਕਾਰ ਕਿਸਾਨਾਂ ਦੀ ਇਸ ਮੰਗ ਨੂੰ ਮੰਨੇ ਤੇ ਕਿਸਾਨਾਂ ਅੱਗੇ ਝੁਕੇ। ਮੈਂ ਸੁਰਖਾਬ ਆਪਣੇ ਸਹਿਯੋਗੀ ਦਲਵੀਰ ਸਿੰਘ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।